ਐਗਰੀਕਲਚਰ ਮਿਨਿਸਟਰ ਕਾਕਾ ਰਣਦੀਪ ਸਿੰਘ ਨਾਭਾ ਖੁਦ ਚਾਹੁੰਦੇ ਸੀਗੇ ਕਿ ਓਪੋਜੀਸ਼ਨ ਨੂੰ ਜਿਹੜਾ ਹੈ ਉਹਨਾਂ ਦੀ ਵਿਊਜ਼ ਜਿਹੜੇ ਆ ਜ਼ਰੂਰ ਆਣੇ ਚਾਹੀਦੇ ਨੇ ਤੇ ਉਹਨਾਂ ਨੇ ਕਿਹਾ ਸੀਗਾ ਮੈਂ ਉਦੋਂ ਬੈਠੂੰਗਾ ਵੀ ਸਾਰਾ ਕੁਝ ਸੁਣੂੰਗਾ ਕਿ ਓਪੋਜੀਸ਼ਨ ਕੀ ਕਹਿ ਰਹੀ ਹੈ ਕਿ 5 ਸਾਲ 'ਚ ਅਸੀਂ ਕੀ ਕੰਮ ਕੀਤਾ ਕੀ ਵਿਜ਼ਨ ਡਾਕੂਮੈਂਟ ਦੇ ਵਿੱਚ ਇਨਕਲੂਡ ਕਰਨਾ ਚਾਹੀਦਾ ਹੈ। ਤੇ ਜੇ ਗੱਲ ਕੀਤੀ ਜਾਵੇ ਕੁਲਤਾਰ ਸੰਧਵਾ ਜੀ ਹੋਣ ਜਾਂ ਫਿਰ ਗੁਰਪ੍ਰਤਾਪ ਵਡਾਲਾ ਜੀ ਹੋਣ, ਇਹ ਲਗਾਤਾਰ ਵਿਧਾਨ ਸਭਾ ਦੇ ਵਿੱਚ ਵੀ ਖੇਤੀ ਨੂੰ ਲੈ ਕੇ ਜਿਹੜੇ ਆਪਣਾ ਪੱਖ ਰੱਖਦੇ ਹੋਏ ਨਜ਼ਰ ਆ ਰਹੇ ਨੇ, ਆਂਦੇ ਰਹੇ ਨੇ। ਕੁਲਤਾਰ ਸੰਧਵਾ ਜੀ, ਵੈਸੇ ਤੁਸੀਂ ਕਹਿ ਰਹੇ ਸੀ ਕਿ ਧੁੱਪ ਲੱਗ ਰਹੀ ਹੈ, ਸਿੱਧੀ ਧੁੱਪ ਪੈ ਰਹੀ ਹੈ, ਕਿਸਾਨਾਂ ਨੂੰ ਜਿਹੜੀ ਹੈ ਇਹ ਧੁੱਪ ਝੇਲਣੀ ਪੈਂਦੀ ਹੈ। ਸਭ ਤੋਂ ਪਹਿਲਾਂ ਤੁਹਾਡੇ ਤੋਂ ਹੀ ਜਾਣਨਾ ਚਾਹਾਂਗੇ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ 5 ਸਾਲ ਕਾਂਗਰਸ ਸਰਕਾਰ ਨੇ ਕਿ ਕੁਝ ਕਿਸਾਨਾਂ ਲਈ ਜਿਹੜਾ ਹੈ ਕੀਤਾ ਹੈ ਤੇ ਕਿ ਕੁਝ ਕਰਨ ਦੀ ਜ਼ਰੂਰਤ ਹੈ ਅਗਲੀਆਂ ਆਉਣ ਵਾਲੀਆਂ ਸਰਕਾਰਾਂ ਨੂੰ? ਦੇਖੋ ਜੀ, ਪਤਾ ਨਹੀਂ ਮਨਸ਼ਾ ਕੀ ਰਹੀ ਹੋਣੀ ਹੈ, ਲੇਕਿਨ 5 ਸਾਲ ਕਿਸਾਨ ਤਾਂ ਧਰਨਿਆਂ ਤੇ ਬੈਠੇ ਰਹੇ। ਕਦੇ ਬੀਜ ਠੀਕ ਨਹੀਂ ਮਿਲਿਆ। ਅੱਛਾ, ਕਿਸਾਨ ਜਦੋਂ ਘਰੋਂ ਨਿਕਲਦਾ ਗਰਦੌਰੀ ਕਰਵਾਉਣ ਵਾਸਤੇ ਬੁਖਾਰ ਚੜ੍ਹ ਜਾਂਦਾ ਉਹਨੂੰ, ਜੇ ਖਰਾਬਾ ਹੋ ਜਾਂਦਾ ਤਾਂ ਪਟਵਾਰੀ ਨਹੀਂ ਲੱਭਦਾ। ਔਰ ਖਾਸ ਕਰਕੇ ਇਸ ਸਰਕਾਰ ਦੇ ਵਿੱਚ ਤਾਂ 20-20 25-25 ਪਿੰਡਾਂ ਦਾ ਚਾਰਜ ਇੱਕ ਪਟਵਾਰੀ ਕੋਲ ਹੈ ਜੀ। ਉਹਨੇ ਗਾਹ ਫਿਰ ਅੱਗੇ ਆਪਦੇ ਮੁੰਸ਼ੀ ਰੱਖੇ ਹੋਏ ਆ ਜੀ। ਉਹ ਕੀ ਕਰਦੇ ਆ ਕੀ ਨਹੀਂ ਕਰਦੇ ਇਹਦੇ ਬਾਰੇ ਹੁਣ ਮੈਂ ਜ਼ਿਆਦਾ ਨਹੀਂ ਕਹਿ ਸਕਦਾ, ਕਿਉਂਕਿ ਵੋਟਾਂ ਵੀ ਲੈਣੀਆਂ ਬਹੁਤ ਸਾਰੇ ਲੋਕਾਂ ਤੋਂ। ਪਰ ਇਹਦੀ ਜ਼ਿੰਮੇਵਾਰੀ ਅਲਟੀਮੇਟਲੀ ਹੈ ਤਾਂ ਸਰਕਾਰ ਦੀ ਨਾ ਜੀ। ਮਿਸਗਵਰਨੈਂਸ ਹੈ, ਅਕਾਊਂਟੇਬਿਲਿਟੀ ਕਿਸੇ ਦੀ ਨਹੀਂ ਰਹੀ। ਔਰ 5 ਸਾਲਾਂ ਦੇ ਵਿੱਚ ਐਗਰੀਕਲਚਰ ਡਿਪਾਰਟਮੈਂਟ ਨੂੰ ਸਿਰਫ ਪੈਸੇ ਇਕੱਠੇ ਕਰਨ ਵਾਲਾ ਯੰਤਰ ਬਣਾ ਕੇ ਰੱਖ ਲਿਆ ਇਹਨਾਂ ਨੇ। ਬੜੇ ਵੱਡੇ ਦਿਮਾਗਾਂ ਵਾਲੇ ਸਾਡੇ ਜਿਹੜੇ ਸਪੈਸ਼ਲਿਸਟ ਸੀਗੇ, ਸਾਡੇ ਜਿਹੜੇ ਚੀਫ ਐਗਰੀਕਲਚਰ ਅਫਸਰ ਨਹੀਂ ਲਾਏ ਕਈ ਜ਼ਿਲ੍ਹਿਆਂ ਦੇ ਵਿੱਚ ਤਾਂ ਇਹਨਾਂ ਨੇ, ਜਿਨ੍ਹਾਂ ਨੇ ਜਾ ਕੇ ਗਾਈਡ ਕਰਨਾ ਸੀ। ਆਹ ਪੀੜੀ ਜਿਹੜੀ ਸੁੰਡੀ ਵਾਲਾ ਜਿਹੜਾ ਹਮਲਾ ਹੋਇਆ, ਇਹ ਸਾਡੀ ਸਰਕਾਰ ਦੀ ਨਾਕਾਮੀ ਕਰਕੇ ਹੀ ਹੋਇਆ ਨਾ ਜੀ। ਬਾਕੀ ਬਿਜਲੀ ਨਹੀਂ ਟਾਈਮ 'ਤੇ ਦਿੱਤੀ। ਹੁਣ ਤਾਂ ਹਾਲਾਤ ਇਹ ਹੈ ਵੀ ਲੋਕਾਂ ਨੂੰ ਬਿਜਲੀ ਘਰਾਂ ਦੇ ਸਾਹਮਣੇ ਕਿਸਾਨਾਂ ਨੂੰ ਧਰਨੇ ਲਾਉਣੇ ਪਏ। ਅੱਛਾ, ਜਿਹੜੀ ਕਰਜ਼ਾ ਮਾਫੀ ਦੀ ਗੱਲ ਸੀ, ਵੋਟਾਂ ਤਾਂ ਆਪਾਂ ਲੈ ਲਈਆਂ, ਲੇਕਿਨ ਉਹ ਜਮਾਂ ਊਠ ਦੇ ਮੂੰਹ 'ਚ ਜੀਰੇ ਵਾਲੀ ਗੱਲ ਕਰਤੀ। ਲੋਕ ਸਗੋਂ ਕਰਜ਼ਾ ਮਾਫੀ ਦੇ ਝਾਂਸੇ 'ਚ ਆ ਕੇ ਉਹ ਜਿਹੜਾ ਉਹਨਾਂ ਨੂੰ ਨਾਰਮਲ ਸਬਸਿਡੀ ਵਾਲਾ ਕਰਜ਼ਾ ਮਿਲਦਾ ਸੀ 3% ਤੇ, ਉਹ ਵੀ ਉਹਦੇ ਪੈਨਲ ਇੰਟਰਸਟ ਲੱਗ ਗਿਆ। ਸੋ ਨੁਕਸਾਨ ਹੋਇਆ ਪਿਛਲੇ 5 ਸਾਲਾਂ ਦੇ ਵਿੱਚ ਕਿਸਾਨੀ ਦਾ, ਕਿਸਾਨ ਦਾ, ਪੰਜਾਬ ਦਾ, ਪੰਜਾਬੀਅਤ ਦਾ, ਹਰ ਪਾਸਿਓਂ ਨੁਕਸਾਨ ਹੋਇਆ ਔਰ ਉਹਦੀ ਜ਼ਿੰਮੇਵਾਰ ਕਾਂਗਰਸ। ਬਿਲਕੁਲ ਕੁਲਤਾਰ ਜੀ, ਇੱਕ ਮਿੰਟ ਤੁਹਾਨੂੰ ਰੋਕਾਂਗੇ। ਸਾਡੇ ਨਾਲ ਸੋਨੀਆ ਮਾਨ ਜੀ, ਜਿਹੜੇ ਐਕਟਰੈਸ ਵੀ ਨੇ, ਮਾਡਲ ਵੀ ਨੇ, ਤੇ ਖਾਸ ਤੌਰ ਤੇ ਕਿਸਾਨ ਅੰਦੋਲਨ ਦੇ ਵਿੱਚ ਇਹਨਾਂ ਨੇ ਬੜਾ ਅਹਿਮ ਰੋਲ ਜਿਹੜਾ ਹੈ ਉਹ ਪਲੇ ਕੀਤਾ ਹੈ, ਉਹ ਵੀ ਸਾਡੇ ਨਾਲ ਇਸ ਪੈਨਲ ਦੇ ਵਿੱਚ ਮੌਜੂਦ ਰਹਿਣਗੇ ਜੀ। ਗੁਰਪ੍ਰੀਤ ਸੰਧਵਾ ਸਾਹਿਬ, ਤੁਸੀਂ ਗੱਲ ਕੀਤੀ ਪੰਜਾਬ ਸਰਕਾਰ ਦੀ ਐਗਰੀਕਲਚਰ ਨੂੰ ਲੈ ਕੇ। ਜੇ ਦਿੱਲੀ ਦੇ ਮਾਡਲ ਦੀ ਗੱਲ ਕਰ ਲਈਏ, ਉੱਥੋਂ ਦੇ ਮਾਡਲ ਨੂੰ ਕੁਝ ਬਿਹਤਰ ਸਮਝਦੇ ਹੋ ਪੰਜਾਬ ਦੇ ਮਾਡਲ ਨਾਲ? ਦੇਖੋ ਜੀ, ਐਗਰੀਕਲਚਰ ਦਾ ਇਕੱਲਾ ਤੁਸੀਂ ਦਿੱਲੀ ਦਾ ਮਾਡਲ ਦੇਖ ਲਓ ਜਾਂ ਅਰਵਿੰਦ ਕੇਜਰੀਵਾਲ ਦਾ ਮਾਡਲ, ਉਹ ਤੇ ਇੱਕੋ ਇੱਕ ਮੁੱਖ ਮੰਤਰੀ ਹੈ ਜਿਹਦੀ ਇਹ ਸਮਝ ਹੈ। ਜੇ ਆਪਾਂ ਆਪਣੀ ਉਸ ਸਮਝ 'ਤੇ ਜਾਣਾ ਹੈ ਜਿੱਥੇ ਕਹਿੰਦੇ ਉੱਤਮ ਖੇਤੀ, ਮੱਧਮ ਵਪਾਰ ਤੇ ਨਿਖੁੱਧ ਚਾਕਰੀ। ਉੱਤਮ ਖੇਤੀ ਤਾਂ ਸਿਰਫ ਸਾਡੇ ਸਾਰੀਆਂ ਫਸਲਾਂ ਤੇ MSP ਦਾ ਪ੍ਰਾਵਧਾਨ ਕਰਨ ਵਾਲੀ ਹੋਣਾ, ਇਹ ਅਰਵਿੰਦ ਕੇਜਰੀਵਾਲ ਜੀ ਦਾ ਇਹ ਮਾਡਲ ਹੈ। ਪਰ ਇਹ ਜਿਹੜੇ 3 ਫਾਰਮ ਲਾਜ਼ ਆਏ, ਇਹ ਸਭ ਤੋਂ ਪਹਿਲਾਂ ਤੁਸੀਂ ਨੋਟੀਫਾਈ ਕੀਤੇ ਸੀ ਦਿੱਲੀ। ਉਹਦੇ 'ਚ ਕੋਈ MSP ਨੂੰ ਜਿਹੜਾ ਸੱਟ ਮਾਰਨ ਵਾਲਾ ਕੋਈ ਐਸਾ ਕੋਈ ਲਾਅ ਨੋਟੀਫਾਈ ਨਹੀਂ ਹੋਇਆ। ਔਰ ਹਾਂ, ਜਿਹੜੀ ਨੋਟੀਫਿਕੇਸ਼ਨ ਵੀ ਹੋਈ ਉਹ ਕਿਉਂਕਿ ਦਿੱਲੀ ਦੇ ਵਿੱਚ ਅੱਧੀ ਸਰਕਾਰ ਹੈ, ਉਹ ਵਿਧਾਨ ਸਭਾ ਨੇ ਨੋਟੀਫਾਈ ਨਹੀਂ ਕੀਤਾ, ਉਹ ਗਵਰਨਮੈਂਟ ਦੇ ਕਿਸੇ ਬਿਊਰੋ, ਕਿਸੇ ਲੈਵਲ ਤੇ ਬੈਠੇ ਬਿਊਰੋਕਰੇਟ ਵੱਲੋਂ ਕੀਤਾ ਗਿਆ। ਔਰ ਬਾਅਦ 'ਚ ਆ ਕੇ ਉਹਦਾ ਅਸੀਂ ਸਾਰਿਆਂ ਨੇ ਕਲੈਰੀਫਿਕੇਸ਼ਨ ਦਿੱਤਾ। ਔਰ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਬਕਾਇਦਾ ਉਹਨਾਂ ਮਤਲਬ ਜਿਹੜੇ ਇਹ 3 ਜਿਹੜੇ ਕਾਨੂੰਨ ਬਣਾਏ ਸੀ ਕੇਂਦਰ ਸਰਕਾਰ ਨੇ, ਇਹਨਾਂ ਦੇ ਖਿਲਾਫ ਮਤਾ ਲਿਆਂਦਾ ਗਿਆ। ਮਤਾ ਲਿਆ ਕੇ ਵਿਰੋਧ ਦੇ ਰੂਪ 'ਚ ਉਹ ਫਾੜੇ ਵੀ ਗਏ, ਅੱਗ ਵੀ ਲਾਈ ਗਈ। ਨਹੀਂ, ਉਹ ਹੋਇਆ ਤਾਂ ਸੰਧਵਾ ਸਾਹਿਬ ਤੁਹਾਡੀ ਸਰਕਾਰ ਹੈ, ਤੁਹਾਡੀ ਸਰਕਾਰ ਦੇ ਵੱਲੋਂ ਹੀ ਨੋਟੀਫਾਈ ਹੋਇਆ ਨਾ ਉਹ। ਨਹੀਂ, ਦੇਖੋ ਇੱਕ ਮੈਂ ਹੋਰ ਤੁਹਾਨੂੰ ਗੱਲ ਦੱਸਦਾ, ਸਾਡੀ ਸਰਕਾਰ ਵੱਲੋਂ ਬਿਲਕੁਲ ਨਹੀਂ ਹੋਇਆ। ਉੱਥੇ ਅੱਧੀ ਸਰਕਾਰ ਹੈ ਜੀ। ਉਹ LG ਜਿਹੜਾ ਉਹਨੂੰ ਰਿਪੋਰਟ ਕਰ ਰਿਹਾ, ਉੱਥੇ ਤਾਂ ਚਪੜਾਸੀ ਨਹੀਂ ਲਾ ਸਕਦੇ ਅਰਵਿੰਦ ਕੇਜਰੀਵਾਲ ਜੀ ਆਪਣੀ ਮਰਜ਼ੀ ਨਾਲ। ਆਪਦੀ ਮਰਜ਼ੀ ਨਾਲ ਚਪੜਾਸੀ ਦੀ ਅਪਾਇੰਟਮੈਂਟ ਨਹੀਂ ਕਰ ਸਕਦੇ ਅਰਵਿੰਦ ਕੇਜਰੀਵਾਲ। ਹਾਂ, ਨੋਟੀਫਾਈ ਕੀਤੇ ਤੋਂ ਬਿਨਾਂ 2 ਕਰੋੜ ਰੁਪਏ ਦਾ ਜਿਹੜਾ ਉਹ ਫੀਸ ਆ ਉਹ ਮਾਫ ਪੰਜਾਬ ਸਰਕਾਰ ਨੇ ਜ਼ਰੂਰ ਕਰਤੀ ਸੀ। ਅਬੋਹਰ ਦੀ ਮੰਡੀ 'ਚ ਇੱਕ ਹਿਮਾਚਲ ਦੀ ਫਰਮ ਸੀ,
ਉਹ ਬਿਨਾਂ ਨੋਟੀਫਿਕੇਸ਼ਨ ਤੋਂ ਕਰਤੀ। ਮਤਲਬ ਤੁਸੀਂ ਫਰਕ ਦੇਖੋ, ਉੱਥੇ ਕਾਨੂੰਨ ਪਾਸ ਹੁੰਦਾ ਤੇ ਵਿਦਆਊਟ ਨੋਟੀਫਿਕੇਸ਼ਨ ਕੁਝ ਵੀ ਹੋਣ ਤੋਂ ਪਹਿਲਾਂ ਪੰਜਾਬ ਸਰਕਾਰ 2 ਕਰੋੜ ਰੁਪਇਆ ਮਾਫ ਕਰ ਦਿੰਦੀ ਹੈ। ਬੜਾ ਫਰਕ ਹੈ ਮਾਰਕੀਟ ਫੀਸ ਦਾ। ਕੁਝ ਸੈਂਕੜੇ ਪਿੰਡ ਹੈ ਦਿੱਲੀ ਦੇ ਵਿੱਚ, ਔਰ ਪੰਜਾਬ ਦੇ ਵਿੱਚ 14,000 ਤੋਂ ਜ਼ਿਆਦਾ ਪਿੰਡ ਹੈ। ਪੰਜਾਬ ਸਰਕਾਰ 7,000 ਕਰੋੜ ਦੇ ਨੇੜੇ ਤੇੜੇ ਐਗਰੀਕਲਚਰ ਸਬਸਿਡੀ ਦਿੰਦੀ ਹੈ, ਔਰ ਦਿੱਲੀ ਦੇ ਵਿੱਚ ਡੋਮੈਸਟਿਕ ਸਬਸਿਡੀ ਟੋਟਲ 3500 ਕਰੋੜ ਦੇ ਨੇੜੇ ਤੇੜੇ ਹੈ। ਸੋ ਜਦੋਂ ਆਪਾਂ ਇਹ ਗੱਲਾਂ ਕਰਦੇ ਹਾਂ ਕਿ ਪੰਜਾਬ ਸਰਕਾਰ ਨੇ ਕੀ ਕੀਤਾ, ਨਾਲ ਇਹ ਸਵਾਲ ਤੁਹਾਡੇ ਤੋਂ ਵੀ ਜ਼ਰੂਰ ਹੋਊਗਾ ਕਿ ਦਿੱਲੀ ਦੇ ਵਿੱਚ ਕੀ ਹੋਇਆ। ਦੇਖੋ ਜੀ, ਦਿੱਲੀ ਦੇ ਵਿੱਚ ਸਿੱਧਾ ਸਿਸਟਮ ਇਹ ਹੋਇਆ ਕਿ ਕਿਸੇ ਵੀ 10/9 ਦੀ ਕਿਰਤ ਕਰਨ ਵਾਲੇ ਨੂੰ, ਕਿਸਾਨ ਤਾਂ ਸਾਰੇ 10/9 ਦੀ ਕਿਰਤ ਕਰਨ ਵਾਲੇ ਹੀ ਆ, ਕਿਸੇ ਵੀ 10/9 ਦੀ ਕਿਰਤ ਕਰਨ ਵਾਲੇ ਨੂੰ ਜਿਹੜਾ ਦਿੱਲੀ 'ਚ ਬੈਠਾ, ਭਾਵੇਂ ਨੌਕਰੀ ਕਰਦਾ, ਖੇਤੀ ਕਰਦਾ, ਵਪਾਰ ਕਰਦਾ, ਉਹਨੂੰ ਆਪਦੇ ਬੱਚਿਆਂ ਦੀ ਪੜ੍ਹਾਈ ਦਾ ਫਿਕਰ ਨਹੀਂ, ਆਪਦੇ ਮਾਂ-ਬਾਪ ਦੇ ਇਲਾਜ ਦਾ ਫਿਕਰ ਨਹੀਂ ਹੈ। ਇੱਥੇ ਪੰਜਾਬ ਦੇ ਵਿੱਚ ਜੇ ਕਿਸੇ ਦਾ ਸਿਰ ਦੁਖਣ ਲੱਗ ਪਏ ਤੇ ਉਦੋਂ ਬਲੱਡ ਪ੍ਰੈਸ਼ਰ ਵੱਧ ਜਾਂਦਾ, ਨਾਲ ਵੀ ਹੁਣ ਹਸਪਤਾਲ ਜਾਣਾ ਪਊ, ਮਹਿੰਗੀਆਂ ਦਵਾਈਆਂ ਕਿੱਥੋਂ ਲਿਆਵਾਂਗੇ। ਐਗਰੀਕਲਚਰ ਤੇ ਚਲੋ, ਮੈਂ ਤੁਹਾਨੂੰ ਦਿੱਲੀ 'ਚ ਜਿਹੜਾ ਕੋ ਕੀਤਾ ਹੁੰਦਾ ਨਹੀਂ, ਤੁਸੀਂ ਆ ਗਏ ਹੋ ਉਹਦੇ ਤੇ, ਆਪਾਂ ਐਗਰੀਕਲਚਰ ਤੇ ਗੱਲ ਕਰ ਰਹੇ ਸੀ। ਗੁਰਪ੍ਰਤਾਪ ਵਡਾਲਾ ਜੀ, ਤੁਸੀਂ ਕੀ ਸਮਝਦੇ ਹੋ ਇਸ ਪੂਰਾ, ਜਦੋਂ ਆਪਾਂ ਖੇਤੀ ਸੰਕਟ ਦੀ, ਪੰਜਾਬ ਦੇ ਖੇਤੀ ਸੰਕਟ ਦੀ ਗੱਲ ਕਰਦੇ ਹਾਂ, ਸੁਸਾਈਡਸ ਦੀ ਗੱਲ ਕਰਦੇ ਹਾਂ, ਡੈਟ ਦੀ ਗੱਲ ਕਰਦੇ ਹਾਂ, ਉਦੋਂ ਤੁਸੀਂ ਵੀ ਸਰਕਾਰ ਦੇ ਵਿੱਚ ਰਹੇ ਹੋ, ਤੁਹਾਡੀ ਪਾਰਟੀ ਲੰਬਾ ਸਮਾਂ ਸਰਕਾਰ 'ਚ ਰਹੀ ਹੈ, ਕਿੱਥੇ ਕਮੀਆਂ ਨੇ ਕਿ ਹਾਲੇ ਤੱਕ ਅਸੀਂ ਇਹਨਾਂ ਚਰਚਾਵਾਂ ਤੇ ਹੀ ਤੁਰੇ ਫਿਰਦੇ ਹਾਂ ਤੇ ਸੋਲੂਸ਼ਨ ਦਾ ਸਾਨੂੰ ਕੋਈ ਝਲਕਾਰਾ ਵੀ ਨਹੀਂ ਮਿਲਦਾ ਕਿ ਆਹ ਸੋਲੂਸ਼ਨ ਹੈ ਇਹਦਾ? ਦੇਖੋ ਜੀ, ਜਿਹੜਾ ਖੇਤੀਬਾੜੀ ਸੈਕਟਰ ਆ, ਪਹਿਲਾਂ ਤਾਂ ਕਹਿਣਾ ਹੋਊਗਾ ਤੇ ਮੰਨਣਾ ਹੋਊਗਾ ਕਿ ਇਹਨੂੰ ਪੋਲਿਟਿਕਸ ਤੋਂ ਪਾਸੇ ਰੱਖਣਾ ਚਾਹੀਦਾ। ਇਹਦੇ 'ਚ ਜਿਹੜੀ ਪੋਲੀਟੀਕਲ ਇੰਟਰਫੇਰੈਂਸ ਕਹਿ ਲਓ ਜਾਂ ਆਪਣੇ ਕਹਿ ਲਓ ਬਰਾਊਨੀ ਪੁਆਇੰਟ ਸਕੋਰ ਕਰਨ ਦੀ ਗੱਲ ਕਰ ਲਓ, ਇੱਕ ਦੂਜੇ ਨੂੰ ਟਾਰਗੇਟ ਕਰਨਾ, ਇਹ ਸਰਕਾਰ ਨੇ ਕੀ ਕੀਤਾ, ਦਿੱਲੀ 'ਚ ਕੀ ਹੋਇਆ, ਇਹ ਤੁਹਾਡਾ ਜਿਹੜਾ ਅੱਜ ਦਾ ਫਾਰਮਰਸ ਕਨਕਲੇਵ ਆ, ਆਈ ਥਿੰਕ ਇਟ ਇਜ਼ ਨਾਟ ਦ ਏਜੰਡਾ ਆਫ ਟੂਡੇਜ਼ ਕਨਕਲੇਵ। ਪਹਿਲਾਂ ਤਾਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਜੀ, ਸਰਦਾਰ ਰਣਦੀਪ ਸਿੰਘ ਨਾਭਾ ਬੜੇ ਏਬਲ ਐਂਡ ਐਕਸਪੀਰੀਅੰਸਡ ਡਿਸਟਿੰਗੁਇਸ਼ਡ ਹੈਗੇ ਆ ਪੋਲੀਟੀਸ਼ੀਅਨ, ਬੜੇ ਵੱਡੇ ਘਰਾਣੇ 'ਚੋਂ ਆ, ਜਿਹੜੇ ਬੈਠੇ ਨੇ, ਸੁਣ ਰਹੇ ਨੇ ਸਾਨੂੰ ਸਾਰਿਆਂ ਨੂੰ, ਆਪੋਜੀਸ਼ਨ ਨੂੰ। ਸੰਧਵਾ ਸਾਹਿਬ, ਬੀਬੀ ਜੀ ਸਾਡੀ ਭੈਣ ਬੈਠੀ ਸੋਨੀਆ ਜੀ ਨਾਲ। ਇਹ ਕਹਿਣਾ ਹੋਊਗਾ ਕਿ ਪੰਜਾਬ ਦੀ ਖੇਤੀਬਾੜੀ ਤੇ ਬਹੁਤ ਵੱਡੇ ਸੰਕਟ ਨੇ, ਬੜੇ ਵੱਡੇ ਚੈਲੰਜਸ ਨੇ। ਜੇ ਆਪਾਂ ਕਹੀਏ ਕਿ ਕਿਸਾਨਾਂ ਨੇ ਅੰਦੋਲਨ ਜਿੱਤ ਲਿਆ, ਆ ਮੇਰੇ ਆਪਣੇ ਵੀਰ ਸਾਰੇ ਬੋਲ ਕੇ ਗਏ, ਬੜੀ ਖੁਸ਼ੀ ਸਾਨੂੰ ਆਉਂਦੀ ਆ ਜਦ ਇਹਨਾਂ ਦੀ ਗੱਲਾਂ ਸੁਣਦੇ ਆ, ਦੇਖਦੇ ਆ। ਜਦੋਂ ਇਹਨਾਂ ਨੇ ਸੰਘਰਸ਼ ਉੱਥੇ ਲੜਿਆ, ਅਸੀਂ ਵੀ ਉੱਥੇ ਗਏ, ਅਸੀਂ ਵੀ ਇੱਕ ਕਿਸਾਨ ਫੈਮਿਲੀ 'ਚੋਂ ਆ, ਸਾਡਾ ਵੀ ਜਜ਼ਬਾ ਸੀਗਾ ਕਿ ਅਸੀਂ ਆਪਣਾ ਯੋਗਦਾਨ ਪਾਈਏ, ਜਿੰਨਾ ਪਾ ਸਕਦੇ ਸੀ ਅਸੀਂ ਪਾਇਆ, ਬਿਕੋਜ਼ ਇਹ ਸਪਿਰਿਟ ਸੀ ਪੰਜਾਬ ਦੀ ਸਪਿਰਿਟ ਆਖਰ ਨੂੰ ਜਿੱਤ ਗਈ ਤੇ ਬਹੁਤ ਵੱਡੀ ਅਚੀਵਮੈਂਟ ਹੋਈ ਹੈ। ਦਿੱਲੀ ਨੇ ਕਦੀ ਪੰਜਾਬ ਨੂੰ, ਜੋ ਪੰਜਾਬ ਨੇ ਮੰਗਿਆ ਸੀ, ਕਦੀ ਦਿੱਤਾ ਨਹੀਂ। ਚਾਹੇ 47 ਤੋਂ ਬਾਅਦ 'ਚ, ਪਹਿਲਾਂ ਦੀ ਵੀ ਗੱਲ ਕਰ ਲਓ, ਬਾਅਦ ਦੀ ਗੱਲ ਕਰ ਲਓ, ਕੋਈ ਮੋਰਚਾ ਹੋਇਆ ਤੇ ਆਪਾਂ ਨੂੰ ਮੋਰਚੇ ਦੇ ਮੁਤਾਬਕ ਮੰਗਾਂ ਨਹੀਂ ਦਿੱਲੀ ਨੇ ਪ੍ਰਵਾਨ ਕੀਤੀਆਂ। ਆਹ ਮੋਰਚਾ ਹੀ ਫਤਿਹ ਹੋਇਆ ਜਿਸ ਦਾ ਸਿਹਰਾ ਪੰਜਾਬ ਦੇ ਕਿਸਾਨਾਂ ਸਿਰ ਜਾਂਦਾ ਹੈ। ਹੁਣ ਇਹਦੇ ਵਿੱਚ ਅਕਾਲੀ ਦਲ ਦੀ ਸਰਕਾਰ ਨੇ ਕੀ ਕੀਤਾ, ਕਾਂਗਰਸ ਦੀ ਗਵਰਨਮੈਂਟ ਨੇ ਕੀ ਕੀਤਾ, ਕੇਜਰੀਵਾਲ ਸਾਹਿਬ ਨੇ ਕੀ ਕੀਤਾ, ਇਹਦਾ ਬੜਾ ਡਿਫਰੈਂਸ ਹੈ, ਬਹੁਤ ਅੰਤਰ ਇਹਦੇ ਵਿੱਚ। ਤੇ ਮੈਂ ਤਾਂ ਇਹ ਕਹੂੰਗਾ ਕਿ ਜਿਹੜੀ ਪੰਜਾਬ ਦੀ ਸਰਕਾਰ ਬਣਦੀ ਹੈ, ਚਾਹੇ ਅਕਾਲੀ ਦਲ ਦੀਆਂ ਸਰਕਾਰਾਂ ਸੀਗੀਆਂ, ਉਹ ਸਾਰੀਆਂ ਪ੍ਰੋ ਫਾਰਮਰਸ ਸੀਗੀਆਂ, ਬਿਕੋਜ਼ ਆਪਣਾ ਜਿਹੜਾ ਮੈਜੋਰਿਟੀ ਦਾ ਕਿੱਤਾ ਹੀ ਖੇਤੀਬਾੜੀ ਹੈ। ਨਾ ਇੱਥੇ ਕੋਈ ਹੋਰ ਨੈਚੁਰਲ ਸੋਰਸ ਹੈ, ਨਾ ਕੋਲਾ, ਨਾ ਸੋਨਾ, ਨਾ ਇੱਥੇ ਮਾਰਬਲ ਆ, ਕੁਛ ਵੀ ਨਹੀਂ ਆਪਾਂ ਕੱਢ ਸਕਦੇ ਧਰਤੀ 'ਚੋਂ ਸਿਵਾਏ ਕਿ ਫਸਲਾਂ ਤੋਂ। ਤੇ ਪੰਜਾਬ ਨੇ ਬਹੁਤ ਵੱਡਾ ਯੋਗਦਾਨ ਪਾਇਆ ਸਾਰੇ ਦੇਸ਼ ਦੇ ਆਪਣੇ ਉਹਦੇ ਵਿੱਚ, ਕਹਿ ਲਓ ਕੰਜ਼ੰਪਸ਼ਨ ਆਫ ਫੂਡ ਗ੍ਰੇਨਸ, ਪ੍ਰੋਡਕਸ਼ਨ ਆਫ ਫੂਡ ਗ੍ਰੇਨਸ, ਜਾਂ ਆਪਣੀ ਜਿਹੜੀ ਦੇਸ਼ ਦੀ ਭੁੱਖਮਰੀ ਦੂਰ ਕੀਤੀ ਪੰਜਾਬ ਨੇ। ਬਿਲਕੁਲ। ਸੋਨੀਆ ਮਾਨ ਲਗਾਤਾਰ ਇਸ ਕਿਸਾਨ ਅੰਦੋਲਨ ਦਾ ਹਿੱਸਾ ਬਣੇ ਰਹੇ ਵਡਾਲਾ ਜੀ, ਤਾਂ ਉਹਨਾਂ ਤੋਂ ਜ਼ਰੂਰ ਜਾਣ ਲੈਂਦੇ ਹਾਂ ਕਿ ਲਗਾਤਾਰ ਇਹ ਕਹਿੰਦੇ ਰਹੇ ਕਿ ਜਿੱਤਾਂਗੇ ਜ਼ਰੂਰ, ਜਾਰੀ ਜੰਗ ਰੱਖਿਓ, ਪਰ ਤੁਹਾਨੂੰ ਲੱਗਦਾ ਹੈ ਕਿ ਉਹ ਜੰਗ ਤੁਸੀਂ ਜਿੱਤ ਲਈ ਹੈ? ਕਿਉਂਕਿ ਹਾਲੇ ਤੱਕ ਕਿਹਾ ਜਾ ਰਿਹਾ ਕਿ ਮੁਲਤਵੀ ਕੀਤਾ ਗਿਆ ਹੈ, ਪਰ ਤੁਹਾਨੂੰ ਲੱਗਦਾ ਜਿੰਨੀਆਂ ਵੀ ਡਿਮਾਂਡ ਸੀਗੀਆਂ ਤੁਹਾਡੀਆਂ ਉਹ ਪੂਰੀਆਂ ਹੋ ਚੁੱਕੀਆਂ ਨੇ, ਸੰਘਰਸ਼ ਖਤਮ ਹੋ ਗਿਆ? ਥੈਂਕ ਯੂ ਸੋ ਮਚ, ਤੁਸੀਂ ਮੈਨੂੰ ਇੱਥੇ ਬੁਲਾਇਆ। ਮੈਂ ਇਸ ਅੰਦੋਲਨ ਤੋਂ, ਇਸ ਮੋਰਚੇ ਤੋਂ ਬਹੁਤ ਕੁਝ ਸਿੱਖਿਆ ਔਰ ਇਸ ਅੰਦੋਲਨ ਦੇ ਦੌਰਾਨ ਜਿਹੜੇ ਸਾਡੇ 3 ਖੇਤੀ ਕਾਨੂੰਨ
ਅਸੀਂ ਰੱਦ ਕਰਵਾਉਣ ਵਾਸਤੇ ਦਿੱਲੀ ਦੀਆਂ ਬਰੂਹਾਂ ਤੇ ਗਏ ਸੀਗੇ, ਉਹ ਅਸੀਂ ਰੱਦ ਕਰਵਾਏ ਹੈ। ਸਾਡੀ ਕਿਸਾਨਾਂ ਦੀ ਬਹੁਤ ਵੱਡੀ ਜਿੱਤ ਹੈ। ਔਰ ਠੀਕ ਕਿਹਾ ਇਹਨਾਂ ਨੇ ਕਿ ਉਹਦੇ ਵਿੱਚ ਸਾਰੀਆਂ ਪਾਰਟੀਆਂ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ, ਕਿਸਾਨ ਉੱਠ ਕੇ ਪਿੰਡਾਂ ਦੇ ਵਿੱਚੋਂ ਇੱਕ ਏਕਤਾ ਦੇ ਨਾਲ ਸਾਰੇ ਜਾਣੇ ਉੱਥੇ ਗਏ ਸੀਗੇ, ਕਿਉਂਕਿ ਅਸੀਂ ਯੂਨਿਟੀ ਬਣਾ ਕੇ ਗਏ ਸੀਗੇ। ਪਰ ਸਾਡੀ MSP ਫਿਕਸ ਦੇ ਉੱਤੇ ਕਮੇਟੀ ਬਣਾਈ ਗਈ ਹੈ। ਔਰ ਜਿਵੇਂ ਮੈਂ ਪਹਿਲੋਂ ਔਜਲਾ ਸਾਹਿਬ ਨੂੰ ਸੁਣ ਰਹੀ ਸੀਗੀ ਕਿ ਉਹਨਾਂ ਨੇ ਕਿਹਾ ਸੀਗਾ ਕਿ ਇੰਨਾ ਬਜਟ ਨਹੀਂ ਹੈਗਾ ਕਿ MSP ਸਾਰੀਆਂ ਫਸਲਾਂ ਦੇ ਉੱਤੇ ਫਿਕਸ ਕੀਤੀ ਜਾਵੇ, ਬਟ ਸਾਡੇ ਬਹੁਤ ਸਾਰੇ ਹੋਰ ਵੀ ਮੁੱਦੇ ਨੇ। ਸਵਾਮੀਨਾਥਨ ਰਿਪੋਰਟ ਪੈਂਡਿੰਗ ਹੈ, ਉਹ ਲਾਗੂ ਕਰਵਾਉਣੀ ਹੈ। ਔਰ ਜਿਵੇਂ ਪੰਜਾਬ ਦੇ ਵਿੱਚ ਪਾਣੀ ਦਾ ਸਭ ਤੋਂ ਵੱਡਾ ਮੁੱਦਾ ਹੈ, ਕਿਉਂਕਿ ਮੈਂ ਐਗਰੀਕਲਚਰ ਬਾਰੇ ਹੀ ਗੱਲ ਕਰੂੰਗੀ। ਪਾਣੀ ਪੰਜਾਬ ਦਾ ਥੱਲੇ ਜਾ ਰਿਹਾ ਔਰ ਆਉਣ ਵਾਲੇ ਟਾਈਮ ਦੇ ਉੱਤੇ ਮੈਨੂੰ ਇਹ ਲੱਗਦਾ ਹੈ ਕਿ 15 ਸਾਲਾਂ ਦੇ ਵਿੱਚ ਪੰਜਾਬ ਦੀ ਖੇਤੀ ਕਿੱਥੇ ਜਾਊਗੀ ਜੇ ਪਾਣੀ ਨਹੀਂ ਰਹੂਗਾ। ਔਰ ਉਹਦੇ ਵਾਸਤੇ ਰੋਟੇਸ਼ਨ ਚਾਹੀਦੀ ਹੈ। ਝੋਨਾ ਦੀ ਜਗ੍ਹਾ ਦੇ ਉੱਤੇ ਹੋਰ ਦੂਜੀਆਂ ਕੁਝ ਫਸਲਾਂ ਨੇ, ਉਹਨਾਂ ਦੇ ਉੱਤੇ ਸਾਨੂੰ MSP ਦੀ ਗੱਲ ਕਰਨੀ ਚਾਹੀਦੀ ਹੈ। ਔਰ ਜਿਵੇਂ ਮੱਕਾ ਹੋ ਗਈ, ਔਰ ਪਹਿਲੋਂ ਹੀ ਲਾਉਂਦੇ ਸੀਗੇ ਕਾਟਨ ਬੈਲਟਸ ਦੇ ਉੱਤੇ ਕਾਟਨ ਔਰ ਦਾਲਾਂ ਦੀ ਖੇਤੀ ਹੋ ਗਈ। ਔਰ ਜਵਾਰ ਵਰਗੇ ਆਟੇ, ਬਾਜਰੇ ਦੀ ਅਸੀਂ ਗੱਲ ਕਰਦੇ ਹਾਂ, ਜਦੋਂ ਅਸੀਂ ਬੰਬੇ ਵਰਗੇ ਸ਼ਹਿਰਾਂ 'ਚ ਜਾਂਦੇ ਹਾਂ ਇੰਨਾ ਮਹਿੰਗਾ ਆਟਾ ਵਿਕਦਾ ਹੈ ਉਹ, ਅਤੇ ਕਿਸਾਨਾਂ ਨੂੰ ਉਹਦੇ ਵਾਸਤੇ ਕੋਈ ਪ੍ਰੋਫਿਟ ਨਹੀਂ ਹੁੰਦਾ ਬੇਸਿਕਲੀ, ਮੈਂ ਜੋ ਵੇਖਦੀ ਹਾਂ। ਔਰ ਮੈਨੂੰ ਲੱਗਦਾ ਵੀ ਉਹਨਾਂ ਦੀ ਲਾਗਤ ਵੀ ਨਹੀਂ ਪੂਰੀ ਹੋ ਪਾਉਂਦੀ। ਸੋ ਕਿਸਾਨ ਜਿਹੜੇ ਉਹ ਕਰਜ਼ੇ ਦੇ ਥੱਲੇ ਦੱਬੇ ਜਾਂਦੇ ਨੇ ਕੰਟੀਨਿਊਸਲੀ, ਕਿਉਂਕਿ ਉਹਨਾਂ ਦੀ ਜਿੰਨੀ ਲਾਗਤ ਹੈ ਉਹ ਵਾਪਸ ਨਹੀਂ ਆਉਂਦੀ। ਔਰ MSP ਜਿਹੜੀ ਹੈ ਇਸ ਫਸਲਾਂ ਦੇ ਉੱਤੇ ਜਿਹੜੀ ਹੈ ਉਹ ਮਿਲਣੀ ਚਾਹੀਦੀ ਹੈ, ਰੋਟੇਸ਼ਨ ਹੋਣੀ ਚਾਹੀਦੀ ਹੈ। ਪੰਜਾਬ ਦੇ ਪਾਣੀ ਦਾ ਮੇਨ ਮੁੱਦਾ ਹੋਣਾ ਚਾਹੀਦਾ ਹੈ ਕਿ ਪੰਜਾਬ ਦੇ ਪਾਣੀ ਨੂੰ ਕਿਸ ਤਰੀਕੇ ਨਾਲ ਬਚਾਇਆ ਜਾ ਸਕੇ। ਸੋਨੀਆ ਜੀ, ਜਿੰਨੇ ਵੀ ਐਕਟਰਸ ਨੇ, ਸਿੰਗਰਸ ਨੇ, ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਹੈ ਇਸ ਅੰਦੋਲਨ ਦੇ ਵਿੱਚ, ਉਹ ਹਮੇਸ਼ਾ SKM ਦਾ ਜਿਹੜਾ ਵੀ ਫੈਸਲਾ ਹੁੰਦਾ ਸੀਗਾ ਉਸ ਨੂੰ ਮੰਨਦੇ ਸੀਗੇ। ਹੁਣ ਤੁਸੀਂ ਦੇਖਿਆ ਕਿ SKM ਜਿਹੜੀ ਉਹ ਦੋ ਫਾੜ ਹੋ ਗਈ ਹੈ। ਕਈ ਜਥੇਬੰਦੀਆਂ ਨੇ ਉਹ ਕਹਿ ਰਹੀਆਂ ਨੇ ਕਿ ਅਸੀਂ ਚੋਣਾਂ ਲੜਨ ਦੇ ਹੱਕ ਦੇ ਵਿੱਚ ਹਾਂ, ਕਈ ਕਹਿ ਰਹੀਆਂ ਨੇ ਨਹੀਂ। ਸੋਨੀਆ ਮਾਨ ਕੀ ਸੋਚਦੇ ਨੇ? ਵੇਖੋ ਜੀ, ਮੈਂ ਤੇ ਦੋਵਾਂ ਦੇ ਨਾਲ ਹੈ, ਕਿਉਂਕਿ ਪ੍ਰੈਸ਼ਰ ਗਰੁੱਪ ਵੀ ਹੋਣਾ ਚਾਹੀਦਾ ਹੈ ਗਵਰਨਮੈਂਟ ਨੂੰ ਪ੍ਰੈਸ਼ਰ ਕਰਨ ਵਾਸਤੇ। ਜਥੇਬੰਦੀਆਂ ਦੂਜੀਆਂ, ਚੰਗੇ ਲੋਕੀ ਵੀ ਆਉਣੇ ਚਾਹੀਦੇ ਆ ਪੋਲੀਟਿਕਸ ਦੇ ਵਿੱਚ। ਚੰਗੇ ਲੋਕੀ ਆਉਣਗੇ ਜਿਹੜੇ ਚੰਗੇ ਕਲਮ ਦੇ ਨਾਲ ਚੰਗੀਆਂ ਚੀਜ਼ਾਂ ਬਣਾਉਣਗੇ, ਔਰ ਪ੍ਰੈਸ਼ਰ ਗਰੁੱਪ ਨਾਲ ਹੋਣਾ ਚਾਹੀਦਾ ਹੈ। ਅਤੇ ਜੇ ਤੁਸੀਂ ਚੰਗਾ ਨਹੀਂ ਕੀਤਾ ਤਾਂ ਅਸੀਂ ਧਰਨਾ ਲਾਵਾਂਗੇ। ਔਰ ਮੈਨੂੰ ਲੱਗਦਾ ਹੈ ਜੋ ਮੈਂ ਇਸ ਮੋਰਚੇ ਤੋਂ ਦੇਖਿਆ ਹੈ ਔਰ ਜੋ ਮੈਂ ਐਕਸਪੀਰੀਅੰਸ ਕੀਤਾ ਹੈ, ਪ੍ਰੈਸ਼ਰ ਗਰੁੱਪ ਹਮੇਸ਼ਾ ਜ਼ਿਆਦਾ ਪਾਵਰਫੁਲ ਹੁੰਦਾ ਹੈ। ਜਦੋਂ ਤੁਸੀਂ ਧਰਨਾ ਲਾ ਦਿੰਦੇ ਹੋ ਨਾ, ਤੁਹਾਨੂੰ ਨਾਲ ਹੀ SSP, ਨਾਲ ਹੀ SP, ਨਾਲ ਹੀ ਸਾਰੇ ਕਹਿੰਦੇ ਮੈਡਮ ਜੀ ਪਲੀਜ਼ ਤੁਸੀਂ ਇਹ ਰੋਡ ਨਾ ਬਲੌਕ ਕਰੋ ਸਾਡੀ, ਤੁਸੀਂ ਇਹ ਤੋਂ ਚੁੱਕ ਲਓ। ਸੋ ਮੈਨੂੰ ਇਹ ਲੱਗਦਾ ਕਿ ਪ੍ਰੈਸ਼ਰ ਗਰੁੱਪ ਜਥੇਬੰਦੀਆਂ ਦਾ ਸਰਕਾਰਾਂ ਦੇ ਉੱਤੇ ਹੋਣਾ ਬਹੁਤ ਜ਼ਰੂਰੀ ਹੈ। ਔਰ ਪਰਿਵਰਤਨ ਹੌਲੀ ਹੌਲੀ ਹੋਊਗਾ ਪੋਲੀਟਿਕਸ ਦੇ ਵਿੱਚ। ਇਹ ਨਾ ਕਹੀਏ ਕਿ ਆਪਾਂ ਇੱਕਦਮ ਪਰਿਵਰਤਨ ਹੋ ਜਾਊਗਾ, ਕਿਉਂਕਿ ਮੇਰੀ ਇਹ ਥਿੰਕਿੰਗ ਹੈ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ। ਸਾਰੇ ਲੋਕੀ ਕਾਂਗਰਸ 'ਚ ਗਲਤ ਨਹੀਂ ਹੈ, ਸਾਰੇ ਲੋਕੀ ਅਕਾਲੀ 'ਚ ਗਲਤ ਨਹੀਂ ਹੈ, ਸਾਰੇ ਆਮ ਆਦਮੀ ਪਾਰਟੀ 'ਚ ਗਲਤ ਨਹੀਂ ਹੈ। ਚੰਗੇ ਲੋਕਾਂ ਨੂੰ ਆਉਣਾ ਚਾਹੀਦਾ ਹੈ ਔਰ ਜਥੇਬੰਦੀਆਂ ਨੂੰ ਆਪਣਾ ਕੰਮ ਜਿਹੜਾ ਪਹਿਲੋਂ ਕਰ ਰਹੇ ਸੀਗੇ ਉਹ ਕਰਨਾ ਚਾਹੀਦਾ ਹੈ। ਬਿਲਕੁਲ। ਵਡਾਲਾ ਜੀ, ਤੁਹਾਨੂੰ ਲੱਗਦਾ ਹੈ ਕਿ ਹੁਣ ਜਿਹੜੇ ਮੈਨੀਫੈਸਟੋ ਬਣਿਆ ਕਰਨਗੇ ਉੱਥੇ ਉਸ ਦੇ ਵਿੱਚ ਖੇਤੀਬਾੜੀ 'ਤੇ ਖਾਸ ਧਿਆਨ ਦਿੱਤਾ ਜਾਏਗਾ? ਕਿਉਂਕਿ ਹਮੇਸ਼ਾ ਤੋਂ ਇੱਕ ਕਹਿੰਦੇ ਆ ਨਾ, ਜਦੋਂ ਹੈਲਥ ਦਾ ਇੱਕ ਦੱਸ ਦਿੱਤਾ ਜਾਂਦਾ ਹੈ ਇੰਨਾ ਬਜਟ ਹੈ, ਨਾਲ ਹੀ ਐਜੂਕੇਸ਼ਨ ਦਾ ਇੰਨਾ ਬਜਟ ਹੈ, ਤੁਹਾਨੂੰ ਲੱਗਦਾ ਕਿ ਐਗਰੀਕਲਚਰ ਦਾ ਬਜਟ ਜ਼ਰੂਰ ਦੱਸਦੇ ਨੇ ਪਰ ਉਸ 'ਤੇ ਕਦੇ ਚੰਗੀ ਤਰ੍ਹਾਂ ਚਰਚਾ ਨਹੀਂ ਹੋਈ? ਦੇਖੋ ਜੀ, ਬੈਠੇ ਨਹੀਂ ਨਾਭਾ ਸਾਹਿਬ, ਮੈਂ ਪਹਿਲਾਂ ਤਾਂ ਕਹੂੰਗਾ ਗੁੱਸਾ ਨਾ ਕਰਿਓ ਭਾਜੀ ਕਿ ਆਪਣੀ ਸਰਕਾਰ ਤਾਂ ਇਟਸ ਐਟ ਦ ਫੈਗ ਐਂਡ ਨਾਓ, ਤੇ ਤੁਸੀਂ ਹੁਣ ਐਗਰੀਕਲਚਰ ਮਿਨਿਸਟਰ ਬਣੇ। ਆਈ ਥਿੰਕ ਯੂ ਬ੍ਰੌਟ ਅ ਵਿਜ਼ਨ ਡਾਕੂਮੈਂਟ ਫॉर ਐਗਰੀਕਲਚਰ, ਬੜਾ ਚੰਗਾ ਤੁਸੀਂ ਰਿਲੀਜ਼ ਕਰਨ ਜਾ ਰਹੇ ਹੋ। ਪਰ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ 4.5 ਪੌਣੇ 5 ਸਾਲ ਐਗਰੀਕਲਚਰ ਡਿਪਾਰਟਮੈਂਟ ਕਿਹਦੇ ਕੋਲ ਸੀਗਾ? ਜਿਹੜੀ ਆਪਣੀ ਸਰਕਾਰ ਨੇ ਕੰਮ ਕੀਤਾ ਪੰਜਾਬ 'ਚ, ਕਦੀ ਕੋਈ ਐਗਰੀਕਲਚਰ ਦੀ ਪਾਲਿਸੀ ਨਹੀਂ ਆਈ। ਇੱਕੋ ਹੀ ਪਾਲਿਸੀ ਆਈ ਸੀ ਕਿ ਕਰਜ਼ਾ ਮਾਫੀ ਸਾਰੇ ਕਿਸਾਨਾਂ ਵਾਸਤੇ। ਚਲੋ ਉਹਦੇ ਬੈਨੀਫਿਟਸ ਵੀ ਹੈਗੇ ਆ, ਉਹਦੇ ਡਰਾਬੈਕਸ ਵੀ ਹੈਗੇ ਆ। ਕਰਜ਼ਾ ਮਾਫ ਹੋਣਾ ਚਾਹੀਦਾ ਪਰ ਸਟੇਟ ਇਹਨਾਂ ਕਰ ਨਹੀਂ ਸਕਦਾ। ਲੇਕਿਨ ਇਹ ਸਾਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਵਾਸ ਦ ਐਗਰੀਕਲਚਰ ਮਿਨਿਸਟਰ, ਹੀ ਹੈਡ ਦ ਡਿਪਾਰਟਮੈਂਟ ਵਿਦ ਹਿਮਸੈਲਫ, ਤੇ ਕਦੀ ਕੋਈ ਮੀਟਿੰਗ, ਕਦੀ ਕੋਈ ਪਾਲਿਸੀ, ਕਦੀ ਕੋਈ ਇਨੀਸ਼ੀਏਟਿਵ ਪੰਜਾਬ ਦੀ ਖੇਤੀ ਵਾਸਤੇ ਨਹੀਂ ਪੰਜਾਬ ਸਰਕਾਰ ਨੇ, ਕਾਂਗਰਸ ਸਰਕਾਰ ਨੇ ਲਿਆ। ਇਹਨਾਂ ਨੇ ਕਿਹਾ ਸੀ ਕਰਜ਼ਾ ਮਾਫ ਕਰਾਂਗੇ, 90,000 ਕਰੋੜ ਤੋਂ 10,000 ਕਰੋੜ ਆ ਗਿਆ, 10,000 ਤੋਂ 5,000 ਆ ਗਿਆ। ਚਲੋ ਇਹ ਨਹੀਂ, ਮੈਂ ਐਮ ਨੋਟ ਬਲੇਮਿੰਗ ਐਨੀਵਨ। ਆਪਣੇ ਕੋਲ ਪੈਸੇ ਹੈ ਨਹੀਂਗੇ ਜਿੰਨੇ ਆਪਾਂ ਪੈਸੇ ਦੇਣਾ ਚਾਹੁੰਦੇ ਹਾਂ ਫਾਰਮਰਸ ਨੂੰ। ਜੇ ਹੁੰਦੇ ਤੁਸੀਂ ਦੇ ਦੇਣੇ ਸੀਗੇ। ਅਗੇਨ ਪੰਜਾਬ ਇਜ਼ ਐਟ ਅ ਡਿਸਐਡਵਾਂਟੇਜ, ਬਟ ਐਗਰੀਕਲਚਰ ਦੀ ਕਲੀਅਰ ਕੱਟ ਪਾਲਿਸੀ ਬਣਨੀ ਚਾਹੀਦੀ ਹੈ। ਇਟ ਸ਼ੁੱਡ ਬੀ ਅਪਗ੍ਰੇਡਡ। ਆਪਣੇ ਆਫਟਰ 6 months, ਆਫਟਰ 1 year
ਤਾਂ ਕਿ ਜਿੱਦਾਂ ਦਾ ਕਲਾਈਮੇਟ ਚੇਂਜ ਹੋ ਰਿਹਾ, ਜਿੱਦਾਂ ਦੀ ਬਾਇਓਡਾਇਵਰਸਿਟੀ ਚੇਂਜ ਹੋ ਰਹੀ ਹੈ ਤੇ ਸੋਇਲ ਹੈਲਥ ਜਿੱਦਾਂ ਚੇਂਜ ਹੋ ਰਹੀ ਹੈ, ਐਗਰੀਕਲਚਰ ਨੂੰ ਵੀ ਐਟ ਪਾਰ ਇੰਡਸਟਰੀ ਦੇ ਆਪਾਂ ਨੂੰ ਲੈਣਾ ਚਾਹੀਦਾ ਹੈ। ਬੀਬਾ ਜੀ ਨੇ ਪਾਣੀ ਦੀ ਗੱਲ ਕੀਤੀ। ਸਭ ਤੋਂ ਵੱਡਾ ਚੈਲੰਜ ਪੰਜਾਬ ਵਾਸਤੇ ਪਾਣੀ ਹੈ। ਨਾਸਾ ਨੇ ਕਹਿ ਦਿੱਤਾ, ਅਸੀਂ ਅਸੈਂਬਲੀ 'ਚ ਇਹ ਵੀ ਬੋਲਦੇ ਰਹੇ ਆਪਣੇ ਰਣਦੀਪ ਸਿੰਘ ਨਾਭਾ ਜੀ, ਲਾਸਟ ਅਸੈਂਬਲੀ 'ਚ ਨਾਸਾ ਦੀ ਰਿਪੋਰਟ ਸੀ ਕਿ ਜੇ ਪੰਜਾਬ ਦਾ ਗਰਾਊਂਡ ਵਾਟਰ ਟੇਬਲ ਸਾਂਭਿਆ ਨਾ ਤੇ ਪੰਜਾਬ ਵਿਲ ਗਰੋ ਡਰਾਈ ਇਨ ਅਬਾਊਟ। ਪਰ ਵਡਾਲਾ ਸਾਹਿਬ, ਇਹਦੇ ਤੇ ਹੀ ਇੱਕ ਸਵਾਲ ਹੈ, ਇੱਕ ਪਾਲਿਸੀ ਨੂੰ ਲੈ ਕੇ ਸਵਾਲ ਹੈ। ਹਾਲਾਂਕਿ ਮੈਂ ਜਿਹੜੇ ਕਿਸਾਨਾਂ ਨੂੰ ਟਿਊਬਲ ਕਨੈਕਸ਼ਨ ਦਿੱਤੇ ਗਏ ਉਹਨਾਂ ਦੇ ਖਿਲਾਫ ਨਹੀਂ ਅਸੀਂ ਬੋਲਣਾ ਚਾਹਾਂਗੇ, ਪਰ ਇੱਕ ਪਾਲਿਸੀ ਨੂੰ ਲੈ ਕੇ ਸਵਾਲ ਹੈ। ਜਦੋਂ ਪਿਛਲੀ ਵਾਰ ਤੁਹਾਡੀ 10 ਸਾਲ ਕੰਟੀਨਿਊਸ ਸਰਕਾਰ ਰਹੀ ਹੈ ਤਾਂ ਤੁਸੀਂ ਇਰੀਗੇਸ਼ਨ ਦੀ ਬਜਾਏ ਸਭ ਤੋਂ ਜ਼ਿਆਦਾ ਜਿਹੜਾ ਜ਼ੋਰ ਦਿੱਤਾ ਉਹ ਸੀਗਾ ਕਿਸਾਨਾਂ ਤੋਂ 1.5 ਲੱਖ ਰੁਪਇਆ ਲੈ ਕੇ ਟਿਊਬਵੈੱਲ ਲਾਉਣ ਦਾ। ਉਹਨੇ ਇੰਨਾ ਕੁ ਨੁਕਸਾਨ ਕੀਤਾ ਕਿ ਗਰਾਊਂਡ ਵਾਟਰ ਜਿੱਥੇ ਮਾਲਵੇ ਦੇ ਵਿੱਚ 150 ਫੁੱਟ ਤੇ ਸੀਗਾ ਉਹ ਅੱਜ 350 ਫੁੱਟ ਤੇ ਹੈ। ਜਿੱਥੇ 10 ਹਾਰਸ ਪਾਵਰ ਦੀ ਮੋਟਰ ਲੱਗਦੀ ਸੀਗੀ ਉੱਥੇ 15 ਤੇ ਪਹੁੰਚ ਗਿਆ ਕੰਮ। ਆਉਣ ਵਾਲੇ 5-7 ਸਾਲਾਂ ਦੇ ਵਿੱਚ ਹੋਰ ਇਹ ਵਾਟਰ ਟੇਬਲ ਹੋਰ ਨੀਚੇ ਜਾਣਾ ਹੈ। ਅਸੀਂ ਪਾਲਿਸੀ ਅਸੀਂ ਉਹ ਸਟੇਟ ਹਾਂ ਜਿੱਥੇ 5 ਨਦੀਆਂ ਨਿਕਲਦੀਆਂ ਰਹੀਆਂ, 2.5 ਅੱਜ ਵੀ ਹੈਗੀਆਂ ਸਾਡੇ ਕੋਲ। ਅਸੀਂ ਉਸ ਪਾਣੀ ਨੂੰ ਨਹੀਂ ਖਾਲਾਂ ਰਾਹੀਂ ਲਿਆਉਣ ਦੀ ਕੋਸ਼ਿਸ਼ ਕਰ ਰਹੇ ਖੇਤਾਂ ਦੇ ਵਿੱਚ। ਸਾਡੀ 24% ਜ਼ਮੀਨ ਹੈ ਜਿਹੜੀ ਉਹ ਸਿਰਫ ਖਾਲਿਆਂ ਦੇ ਰਾਹੀਂ ਸਿੰਚਾਈ ਉੱਥੋਂ ਤੱਕ ਪਹੁੰਚਦੀ ਹੈ ਜ਼ਮੀਨ ਤੱਕ। ਅਸੀਂ ਸਭ ਤੋਂ ਜ਼ਿਆਦਾ ਜ਼ੋਰ ਲਾਇਆ ਟਿਊਬਲ ਕਨੈਕਸ਼ਨ ਦੇਣ ਤੇ। ਉਹ ਪਾਲਿਸੀ ਦੇ ਵਿੱਚ ਤੁਹਾਨੂੰ ਕੋਈ ਫਲॉ ਨਹੀਂ ਲੱਗਿਆ? ਇੱਦਾਂ ਜੀ ਕਿ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਆ ਉਹਨੇ ਵੀ ਪਹਿਲਾਂ ਰੋਕ ਲਾਤੀ ਸੀ ਕਿ ਪੰਜਾਬ ਦੇ ਕਿਸਾਨਾਂ ਨੂੰ ਨਵੇਂ ਟਿਊਬਲ ਕਨੈਕਸ਼ਨ ਨਹੀਂ ਆਪਾਂ ਦੇ ਸਕਦੇ। ਬਟ ਆਫਟਰ ਦੈਟ ਪੰਜਾਬ ਦੇ ਕਿਸਾਨ ਜਿਹੜੀ ਗੱਲ ਕਰਕੇ ਗਏ ਨੇ, ਕਿਸਾਨ ਯੂਨੀਅਨ ਦੇ ਲੀਡਰ ਵੀ, ਛੋਟਾ ਕਿਸਾਨ ਤੇ ਮਾਰਜਨਲ ਕਿਸਾਨ ਜ਼ਿਆਦਾ, ਵੱਡਾ ਕਿਸਾਨ ਘੱਟ ਆ। ਉਹਦੇ ਕੋਲ 2 ਏਕੜ 2.5 ਏਕੜ 5 ਏਕੜ ਤੋਂ ਘੱਟ ਜ਼ਮੀਨ ਆ। ਜੇ ਉਹਨੂੰ ਆਪਾਂ ਟਿਊਬਲ ਕਨੈਕਸ਼ਨ ਨਹੀਂ ਦੇਵਾਂਗੇ ਉਹ ਆਪਣੀ ਜਿਹੜੀ ਲਾਈਵਲੀਹੁੱਡ ਸਸਟੇਨ ਨਹੀਂ ਕਰ ਪਾਊਗਾ। ਇਸ ਕਰਕੇ ਇਹ ਪਾਲਿਸੀ ਸੀ ਫॉर ਸਮਾਲ ਐਂਡ ਮਾਰਜਨਲ ਫਾਰਮਰਸ। ਸੰਧਵਾ ਸਾਹਿਬ, ਕੀ ਟਿਊਬਲ ਕਨੈਕਸ਼ਨ ਦੀ ਬਜਾਏ ਜੇ ਅਸੀਂ ਇਰੀਗੇਸ਼ਨ ਤੇ ਆ ਜਾਂਦੇ ਉਹ ਜ਼ਿਆਦਾ ਬੈਟਰ ਨਹੀਂ ਸੀ? ਨਹੀਂ ਜੀ, ਫਿਰ ਇਹਨਾਂ ਨੇ ਉਹ ਜਿਹੜੇ 20 ਹਜ਼ਾਰ ਦੇ ਟਰਾਂਸਫਾਰਮਰ ਫਿਰ 80 ਹਜ਼ਾਰ ਦੇ ਕਿਵੇਂ ਵੇਚਦੇ? ਉਹ ਵੀ ਸਿਸਟਮ ਸੀਗਾ ਨਾ ਜੀ। ਪਰ ਅਸਲ ਕਹਾਣੀ ਇਹ ਆ ਕਿ ਅੱਜ ਤੁਸੀਂ ਦਾਲਾਂ ਦੀ ਇੰਪੋਰਟ ਅਗਲੇ ਸਾਲ ਵਾਸਤੇ ਵੀ ਡਿਊਟੀ ਫ੍ਰੀ ਕਰਤੀ ਗਵਰਨਮੈਂਟ ਆਫ ਇੰਡੀਆ ਨੇ। ਤੇ ਇਹਦਾ ਸਿੱਧਾ ਨੁਕਸਾਨ ਕਿਹਨੂੰ ਹੋਣਾ? ਕਿਸਾਨ ਨੂੰ। ਉਹ ਭਾਈ ਜੇ ਅਸੀਂ ਇੱਥੇ ਸਾਨੂੰ ਤਾਂ ਕੁਝ ਵੀ ਦੇ ਦਿਓ, ਅਸੀਂ ਉੱਥੇ ਉਗਾ ਲਾਂਗੇ। ਦਾਲਾਂ ਅਸੀਂ ਬਹੁਤ ਵਧੀਆ ਉਗਾ ਸਕਦੇ ਹਾਂ, ਸਾਨੂੰ ਦਿਓ MSP ਉਹਦੇ ਤੇ। ਤੁਸੀਂ ਇੰਪੋਰਟ ਲਾਓ, ਇੰਪੋਰਟ ਡਿਊਟੀ ਲਾਓ ਉਹਦੇ ਤੇ। ਤੁਸੀਂ ਕਿਉਂ ਮਾਰਦੇ? ਇਹ ਸਾਡੀ ਇੱਕ ਪਾਲਿਸੀ ਹੈ। ਪਾਲਿਸੀ ਕਿਉਂ ਬਣੀ? ਕਹਿੰਦੇ ਜੀ ਜੌਬਸ ਦੇਣੀਆਂ। ਜੌਬਸ ਕਿੱਥੋਂ ਆਉਣਗੀਆਂ ਤੁਹਾਡੇ ਹਿਸਾਬ ਨਾਲ ਜੌਬਸ ਜੀ? ਇੰਡਸਟਰੀ ਦੇ ਵਿੱਚ। ਹਾਂ, ਆਹ ਹੀ ਤਾਂ ਸਮਝ ਮਾੜੀ ਹੈ ਸਰ। ਹੁਣ ਤਾਈਂ ਜੌਬਸ ਸਾਡੀਆਂ 70% ਇੰਡੀਆ ਨੂੰ ਐਗਰੀਕਲਚਰ ਦਿੰਦਾ ਰਿਹਾ। ਤੁਸੀਂ ਐਗਰੀਕਲਚਰ ਨੂੰ ਫੇਰ ਤਕੜਾ ਕਰੋ, ਐਗਰੀਕਲਚਰ ਦੇਗਾ। ਆਮ ਆਦਮੀ ਪਾਰਟੀ ਦੀ ਸਮਝ ਇਹ ਹੈ ਕਿ ਐਗਰੀਕਲਚਰ ਨੂੰ ਹੀ ਤੁਹਾਨੂੰ ਤਕੜਾ ਕਰਨਾ ਪਵੇਗਾ, ਨਹੀਂ ਤਾਂ ਤੁਸੀਂ ਇੰਡਸਟਰੀ ਕਿੰਨੀ ਕੁ ਲਾ ਲਓਗੇ? ਨਹੀਂ, ਸਾਡੇ ਕੋਲੇ ਐਗਰੀਕਲਚਰ ਬੇਸਡ ਇੰਡਸਟਰੀ ਵੀ ਕਿੱਥੇ ਬਚੀ ਹੈ? ਮਾਲਵਾ ਸਾਡੇ ਕਾਟਨ ਦਾ ਹੱਬ ਹੈ, ਸਾਡੇ ਕੋਲੇ ਇੱਕ ਧਾਗਾ ਫੈਕਟਰੀ ਨਹੀਂ ਬਚੀ ਉੱਥੇ। ਤੁਸੀਂ ਉਹ ਜਿਹੜੇ ਮਾੜੇ ਬੀਜ ਦੇ ਦੋਗੇ, ਤੁਸੀਂ ਰੇਹਾਂ ਸਪਰੇਆਂ ਮਾੜੀਆਂ ਦੇ ਦੋਗੇ ਤੇ ਫਿਰ ਉੱਥੇ ਕਿਵੇਂ ਕਾਟਨ ਹੋਏਗੀ ਜੀ? ਤੁਹਾਡੇ ਜਿੱਥੇ 1 ਮਿੰਟ ਸੀਗਾ ਜੀ, ਅੱਜ ਰਜਿੰਦਰਦੀਪ ਸਿੰਘ ਵਾਲਾ ਗੱਲ ਕਰਕੇ ਗਏ ਆ, ਬੜੀ ਵਧੀਆ ਸ਼ੂਗਰ ਮਿਲ ਚੱਲਦੀ ਸੀ ਸਾਡੀ ਉੱਥੇ। ਸਾਡਾ ਵਾਟਰ ਟੇਬਲ ਬਚਦਾ ਸੀ ਜੀ, ਫਸਲ ਬੜੀ ਵਧੀਆ ਹੁੰਦੀ ਹੈ ਸਾਡੇ ਪੰਜਾਬ 'ਚ ਇਹਦੀ ਕਮਾਦ ਦੀ। ਅਸੀਂ ਕਿਉਂ ਨਹੀਂ ਕਰਦੇ? ਮੈਨੂੰ ਇਹ ਲੱਗਦਾ ਬਾਏ ਡਿਜ਼ਾਈਨ ਐਗਰੀਕਲਚਰ ਨੂੰ ਪਿੱਛੇ ਧੱਕਿਆ ਜਾ ਰਿਹਾ ਤਾਂ ਕਿ ਸਿਰਫ ਕਾਰਪੋਰੇਟਸ ਕਾਬਜ਼ ਹੋ ਜਾਣ, ਜਿਵੇਂ ਅਮਰੀਕਾ 'ਚ, ਜਿਵੇਂ ਤੁਹਾਡੇ ਕੈਨੇਡਾ 'ਚ, ਜਿਵੇਂ ਯੂਰਪੀਅਨ ਯੂਨੀਅਨ 'ਚ। ਕਾਰਪੋਰੇਟਸ ਤੁਹਾਨੂੰ ਖਾਣਾ ਚਾਹੁੰਦੇ ਆ। ਉਹ ਤੁਸੀਂ MSP ਦਿਓ ਯਾਰ, ਕਿਉਂ ਨਹੀਂ ਦਿੰਦੇ MSP? ਤੁਹਾਡੀ ਜਿਹੜੀ ਜੌਬ ਹੈ ਉਹ ਫਿਕਸ ਹੈ ਨਾ, ਹਰੇਕ ਬੰਦੇ ਦੀ ਫਿਕਸ ਹੈ। ਅੱਛਾ, ਜਿਹੜਾ ਓਪੀਨੀਅਨ ਲਿਖਦਾ ਉਹ ਲਿਖਦਾ ਨਹੀਂ, ਫਿਕਸ ਨਹੀਂ ਹੋਣਾ ਚਾਹੀਦਾ ਜੀ, MSP ਨਹੀਂ ਹੋਣੀ ਚਾਹੀਦੀ। ਜਦੋਂ ਮਤਲਬ ਤੁਸੀਂ MSP ਕਿਉਂ ਨਹੀਂ ਦੇਣਾ ਚਾਹੁੰਦੇ? ਨੁਕਸਾਨ ਕੀ ਹੈ? ਜਾਂ ਫਿਰ ਗੱਲ ਫਲਾਈ ਤੇ ਕਹਿੰਦੇ 17 ਲੱਖ ਕਰੋੜ ਲੱਗ ਜੂਗਾ ਜੀ। ਬਿਲਕੁਲ ਗਲਤ ਹੈ। 2 ਲੱਖ ਕਰੋੜ ਤੋਂ ਵੱਧ ਬਜਟ ਹੀ ਨਹੀਂ ਆਉਣਾ। ਠੀਕ ਹੈ, ਜਿਹੜੀ ਗੱਲ ਇੱਥੇ ਕਹਿ ਕੇ ਗਏ ਆ ਆਪਣੇ MP ਸਾਹਿਬ, ਬਿਲਕੁਲ ਮੈਂ ਉਹਨਾਂ ਨਾਲ ਸਹਿਮਤ ਨਹੀਂ ਹੈ। ਮੈਂ ਉਹਨਾਂ ਦੀ ਇੱਜ਼ਤ ਕਰਦਾ, ਬਿਲਕੁਲ ਸਹਿਮਤ ਨਹੀਂ ਹੈ। ਪੈਸਾ ਕੋਈ ਕੰਸਟ੍ਰੇਂਟ ਨਹੀਂ ਹੈ। ਪੈਸਾ ਹਿੰਦੁਸਤਾਨ ਦੇ ਵਿੱਚ ਹੈ, ਪੈਸਾ ਪੰਜਾਬ ਦੇ ਵਿੱਚ ਹੈ, ਨੀਅਤ ਨਹੀਂ ਹੈ। ਆਪਾਂ ਸਟਾਰਟ ਕਰੀਏ, ਅਸੀਂ ਸਟਾਰਟ ਕਰਾਂਗੇ। ਆਮ ਆਦਮੀ ਪਾਰਟੀ ਪੰਜਾਬ ਤੋਂ ਸਟਾਰਟ ਕਰੀਏ। ਠੀਕ ਹੈ ਵਡਾਲਾ ਜੀ, ਜਲਦੀ ਜਵਾਬ ਦੇ ਦਿਓ। ਇੱਦਾਂ ਜੀ ਵੀ ਇੱਥੇ ਕਾਰਪੋਰੇਟਸ ਦਾ ਬਹੁਤ ਆਪਣਾ ਇਸ਼ੂ ਬਣਾਉਣੇ, ਬੜਾ ਰੌਲਾ ਜੀ। ਡੋਂਟ ਮਾਈਂਡ ਮਾਈ ਵਰਡਸ।
ਨਾਭਾ ਸਾਹਿਬ ਉਹ ਬੈਠਿਆ ਸਾਥ ਜੰਗ ਬਹਾਦਰ ਸਿੰਘ ਸੰਘਾ। ਹੀ ਇਜ਼ ਵਨ ਆਫ ਦ ਬਿਗੇਸਟ, ਨਾਟ ਵਨ ਆਫ ਦ ਬਿਗੇਸਟ ਪੋਟੈਟੋ ਗਰੋਅਰਸ ਆਫ ਦ ਵਰਲਡ, ਨਾਟ ਏਸ਼ੀਆ ਆਫ ਦ ਵਰਲਡ। ਉਹ ਬੈਠਾ। ਅੱਛਾ, ਜੇ ਹੁਣ ਇਹਨੇ ਆਲੂ ਵੇਚਣੇ ਆ ਜੰਗ ਨੇ, ਇਹ ਸਰਕਾਰ ਨੇ ਤਾਂ ਆਲੂ ਲੈਣੇ ਨਹੀਂ ਇਹ ਤੋਂ। ਅਸੀਂ ਸਰਦਾਰ ਬਲਬੀਰ ਸਿੰਘ ਰਾਜੇਵਾਲ ਜੀ ਨੂੰ ਕਿਹਾ, ਇੱਥੇ ਮੀਟਿੰਗ ਹੋਈ ਸੀ ਕਿਸਾਨ ਭਵਨ 2019 ਚ MSP ਦੇ ਸੰਬੰਧ ਚ। ਅਸੀਂ ਕਿਹਾ ਅਸੀਂ ਆਉਣੇ ਆ ਦੁਆਬੇ ਤੋਂ, ਸਾਡੇ ਉੱਤੇ ਸਾਰੇ ਜ਼ਿਲ੍ਹੇ ਆਲੂ ਲਾਉਂਦੇ ਆ, ਮੇਜ਼ ਲਾਉਂਦੇ ਆ, ਮਸਕ ਮੈਲਨ ਲੱਗਦਾ, ਵਾਟਰਮੈਲਨ ਲੱਗਦਾ, ਮਹਿੰਦਾ ਲੱਗਦਾ। ਵੀ ਡੋਂਟ ਗੋ ਫॉर ਵੀਟ ਐਂਡ ਪੈਡੀ ਜਿਹੜਾ ਆਪਣੇ ਕ੍ਰੌਪ ਰੋਟੇਸ਼ਨ ਸਾਈਕਲ ਆ। ਤੇ ਪ੍ਰਾਈਵੇਟ ਕੰਪਨੀਆਂ ਦਾ ਵੀ ਰੋਲ ਹੈਗਾ। ਜੇ ਉਹਨਾਂ ਨੂੰ ਆਪਾਂ ਜਗ੍ਹਾ ਨਹੀਂ ਦੇਵਾਂਗੇ ਤੇ ਕੱਲਾ ਸਰਕਾਰ ਨਹੀਂ ਕਰ ਸਕਦੀ। ਸਰਕਾਰ ਦਾ ਜਿਹੜਾ ਹੈਗਾ ਰੋਲ ਆ ਇਸ MSP ਸਰਕਾਰ ਨੂੰ ਪੰਜਾਬ ਵਿੱਚ ਵੀ, ਬੰਗਾਲ 'ਚ ਵੀ, ਤਾਮਿਲਨਾਡੂ 'ਚ, ਮਹਾਰਾਸ਼ਟਰ ਸਾਰੇ ਸਟੇਟਾਂ ਨੂੰ ਦੇਣੀ ਪੈਣੀ ਆ। ਆਪਣੇ ਨਾਭਾ ਸਾਹਿਬ, ਸਬਸਿਡੀ ਸ਼ੁੱਡ ਬਿਕਮ ਅ ਪਾਲਿਸੀ ਆਫ ਦੀ ਗਵਰਨਮੈਂਟ। ਜੇ ਆਪਣੇ ਰੋਨਲਡ ਰੀਗਨ ਤੋਂ ਲੈ ਕੇ ਹੁਣ ਆਪਣੇ ਜੋ ਬਾਈਡਨ ਤੱਕ 5-5 ਸਾਲ ਦਾ ਬਣਦਾ ਜੀ ਅਮਰੀਕਨ ਬਜਟ ਐਗਰੀਕਲਚਰ ਦਾ, ਐਂਡ ਦੈਟ ਇਜ਼ ਫॉर 1000 ਆਪਣੇ $billion ਉਹਨਾਂ ਦਾ ਐਗਰੀਕਲਚਰ ਦਾ ਆ। ਜੇ ਸਬਸਿਡਾਈਜ਼ ਕਰਦੇ ਆ, ਸਕੈਂਡੀਨੇਵੀਆ ਸਾਰਾ ਡੇਅਰੀ ਨੂੰ ਸਬਸਿਡਾਈਜ਼ ਕਰਦਾ, ਚਾਈਨਾ ਸਬਸਿਡਾਈਜ਼ ਕਰਦਾ ਆ, ਤੇ ਆਪਾਂ ਕਿਉਂ ਨਹੀਂ ਸਬਸਿਡਾਈਜ਼ ਕਰ ਸਕਦੇ ਆਪਣੇ ਫਾਰਮਰ ਨੂੰ? ਇਕੱਲੀ ਬਿਜਲੀ ਫ੍ਰੀ ਕਰਕੇ ਕਹਿੰਦਾ ਜੀ ਬਸ ਹੋ ਗਿਆ ਬਹੁਤ। ਇੱਕ ਹੋਰ ਜੀ ਗੱਲ, ਟਿਊਬਲ ਦੀ ਗੱਲ ਕੀਤੀ ਤੁਸੀਂ। ਦੇਖੋ ਜਿਹੜੀ ਬੀਬਾ ਜੀ ਨੇ ਕਹੀ, ਸਾਰਿਆਂ ਨੇ ਕਹੀ, ਝੋਨੇ ਕਰਕੇ ਆਪਣਾ ਪਾਣੀ ਥੱਲੇ ਗਿਆ। ਝੋਨਾ ਆਪਾਂ ਨੂੰ ਬੰਦ ਕਰਨਾ ਚਾਹੀਦਾ। ਇਟ ਇਜ਼ ਨਾਟ ਅ ਨੇਟਿਵ ਕ੍ਰੌਪ ਆਫ ਪੰਜਾਬ। ਝੋਨਾ ਛੱਡ ਕੇ ਹੋਰ ਲਾਉਣਾ ਚਾਹੀਦਾ, ਜਾਂ ਝੋਨੇ ਨੂੰ ਲਾਈਏ ਹੋਰ ਆਪਣੇ ਟੈਕਨੀਕਲ ਉਹਨਾਂ ਮੈਥਡਸ ਦੇ ਨਾਲ, IoT ਅਡਾਪਟ ਕਰਕੇ, DSR ਅਡਾਪਟ ਕਰਕੇ, ਸੋ ਦੈਟ ਆਪਾਂ ਪਾਣੀ ਆਪਣਾ ਬਚਾਈਏ। ਵਡਾਲਾ ਸਾਹਿਬ, ਮਾਰਕੀਟਿੰਗ ਦਾ ਮਾਡਲ ਕਿੱਥੇ ਹੈ? ਵੱਡੀ ਗੱਲ ਉਹੀ ਆ ਜਾਂਦੀ ਹੈ, ਝੋਨਾ ਕਿਸਾਨ ਕੱਲ ਨੂੰ ਵੀ ਛੱਡ ਦੇਗਾ, ਉਹਨੂੰ ਕੋਈ ਦਿੱਕਤ ਨਹੀਂ ਹੈ ਛੱਡਣ 'ਚ, ਪਰ ਮਾਰਕੀਟਿੰਗ ਦਾ ਮਾਡਲ ਕੀ ਹੈ? ਅਸੀਂ 70 ਸਾਲਾਂ 'ਚ ਕੀ ਸਿਰਜਿਆ? ਸਾਡੇ ਕੋਲ ਹੈ ਕੀ ਹੈ ਵੇਚਣ ਦੇ ਲਈ? ਕਿੱਥੇ ਵੇਚਾਂਗੇ? ਕਿਸਾਨ ਸਬਜ਼ੀ ਲਾਉਣ ਦੇ ਲਈ ਤਿਆਰ ਹੈ, ਪਰ ਆਲੂ 50 ਪੈਸੇ ਕਿਲੋ ਹੋ ਜਾਂਦਾ ਹੈ। ਇਦਾਂ ਜੀ ਦੇਖੋ, ਇਹਦੇ ਪਿੱਛੇ ਫਿਰ ਅਗੇਨ ਗਵਰਨਮੈਂਟ ਦਾ ਰੋਲ ਹੈਗਾ ਜੀ। ਹੁਣ ਹਰਿਆਣਾ ਗਵਰਨਮੈਂਟ ਨੇ ਆਪਣੇ ਰਣਦੀਪ ਜੀ ਉਹਨਾਂ ਸਟਾਰਟ ਕੀਤੀ ਹੈ ਪ੍ਰਾਈਸ ਸਟੇਬਲਾਈਜੇਸ਼ਨ ਫੰਡ ਜਾਂ ਡੈਫੀਸ਼ੀਐਂਸੀ ਪ੍ਰਾਈਸਿੰਗ ਸਪੋਰਟ ਸਿਸਟਮ। ਆਪਾਂ ਰੋਜ਼ ਬਹਿਸ ਕਰਦੇ ਹਾਂ ਅਸੈਂਬਲੀ 'ਚ, ਤੁਹਾਨੂੰ ਪਤਾ ਹੀ ਹੈ। ਸੈਂਟਰਲ ਗਵਰਨਮੈਂਟ ਗ੍ਰਾਂਟ ਦਿੰਦੀ ਹੈ, ਜੇ ਗਾਜਰ ਦਾ ਭਾਅ ਥੱਲੇ ਆਵੇ, ਟਮਾਟਰ ਦਾ ਆਵੇ, ਬੈਂਗਣ ਦਾ ਆਵੇ, ਆਲੂ ਦਾ ਆਵੇ, ਕੁਝ ਪੈਸੇ ਸੈਂਟਰ ਪਾਉਂਦਾ, ਕੁਝ ਪਾਉਂਦਾ ਸਟੇਟ ਗਵਰਨਮੈਂਟ ਪਾਉਂਦੀ ਹੈ, ਸੋ ਦੈਟ ਉਹਦੀ ਪ੍ਰਾਈਸ ਨੂੰ ਸਟੇਬਲ ਕਰਨ ਦੀ ਕੋਸ਼ਿਸ਼ ਕਰਦੇ ਆ। ਮਕੈਨਿਜ਼ਮ ਹੈਗੇ ਆ, ਬਟ ਦ ਲੀਡ ਸ਼ੁੱਡ ਬੀ ਟੇਕਨ ਬਾਈ ਦੀ ਗਵਰਨਮੈਂਟਸ। ਉਹਨੇ ਸੈਂਟਰ ਨੇ ਆਪਣਾ ਕਰਨਾ, ਸਟੇਟ ਨੇ ਆਪਣਾ ਕਰਨਾ। ਇਹ ਤਾਂ ਹੀ ਆਪਣੇ ਜਿਹੜੀ 10 ਸਾਲ ਤੁਹਾਡੀ ਸਰਕਾਰ ਵੀ ਰਹੀ ਵਡਾਲਾ ਜੀ, ਉਦੋਂ ਵੀ ਇਹ ਕਦਮ ਚੁੱਕਿਆ ਜਾ ਸਕਦਾ ਸੀਗਾ। ਸੋਨੀਆ ਮਾਨ ਜੀ, ਇੱਕ ਆਖਰੀ ਸਵਾਲ ਤੁਹਾਡੇ ਤੋਂ, ਡਾਈਵਰਸਿਫਿਕੇਸ਼ਨ ਦੀ ਇੱਥੇ ਗੱਲ ਹੋ ਰਹੀ ਹੈ, ਤੁਹਾਨੂੰ ਲੱਗਦਾ ਹੈ ਕਿ ਪਹਿਲਾਂ ਕਦੇ ਧਿਆਨ ਹੀ ਨਹੀਂ ਦਿੱਤਾ ਗਿਆ? ਹੁਣ ਅੰਦੋਲਨ ਚੱਲਿਆ, ਉਸ ਤੋਂ ਬਾਅਦ ਖੇਤੀ ਨਾਲ ਜੁੜੇ ਜਿਹੜੇ ਅਜਿਹੇ ਮੁੱਦੇ ਚੁੱਕ ਰਹੇ ਨੇ? ਬਿਲਕੁਲ ਸਹੀ ਕਿਹਾ ਤੁਸੀਂ। ਵੇਖੋ, ਅਸੀਂ ਵੀ ਯੂਥ ਦੇ ਵਿੱਚ ਅਸੀਂ ਆਪਣਾ ਕੰਮ ਕਰਦੇ ਸੀਗੇ, ਇੰਨੀ ਜ਼ਿਆਦਾ ਨੌਲੇਜ ਨਹੀਂ ਸੀਗੀ। ਭਾਵੇਂ ਮੈਂ ਇੱਕ ਖੇਤੀਬਾੜੀ ਪਰਿਵਾਰ ਨੂੰ ਬਿਲੋਂਗ ਕਰਦੀ ਹਾਂ, ਜੱਟ ਫੈਮਿਲੀ ਨੂੰ ਬਿਲੋਂਗ ਕਰਦੀ ਹਾਂ, ਬਟ ਇੰਨੀ ਨੌਲੇਜ ਨਹੀਂ ਸੀਗੀ। ਇਸ ਮੋਰਚੇ ਨੇ, ਇਸ ਅੰਦੋਲਨ ਨੇ ਸਾਨੂੰ ਬਹੁਤ ਕੁਝ ਸਿਖਾ ਦਿੱਤਾ। ਜਿਵੇਂ ਮੈਂ ਪਿੰਡਾਂ 'ਚ ਜਾਂਦੀ ਸੀਗੀ, ਗੁਰਦੁਆਰਾ ਸਾਹਿਬ ਦੇ ਵਿੱਚ ਸਾਰਿਆਂ ਨੂੰ ਸਮਝਾਉਣਾ, ਪਾਣੀ ਦੇ ਰਿਲੇਟਿਡ ਸਮਝਾਉਣਾ, ਕਿਸਾਨਾਂ ਦੇ ਨਾਲ ਗੱਲ ਕਰਨੀ। ਉਹ ਤੋਂ ਬਹੁਤ ਸਾਰੇ ਮੁੱਦੇ ਵੀ ਨਿਕਲ ਕੇ ਆਏ ਕਿ ਸਫੈਦੇ ਵਰਗੇ ਜਿਹੜੇ ਅਸੀਂ ਪੇੜ ਲੱਗਦੇ ਆ ਪਿੰਡਾਂ ਦੇ ਵਿੱਚ, ਅਸੀਂ ਉਹਦਾ ਵੱਲ ਵੀ ਕਦੀ ਧਿਆਨ ਨਹੀਂ ਦਿੱਤਾ ਸੀਗਾ, ਕਿਉਂਕਿ ਸਫੈਦਾ ਵੀ ਸਭ ਤੋਂ ਜ਼ਿਆਦਾ ਪਾਣੀ ਜ਼ਿਆਦਾ ਖਿੱਚਦਾ। ਸਾਡੀ ਗਵਰਨਮੈਂਟ ਨੂੰ ਇਹ ਜਿਹੀਆਂ ਪਾਲਿਸੀਜ਼ ਲੈ ਕੇ ਆਉਣੀਆਂ ਚਾਹੀਦੀਆਂ, ਸੈਮੀਨਾਰਸ ਲਾਉਣੇ ਚਾਹੀਦੇ, ਐਜੂਕੇਟ ਕਰਨਾ ਚਾਹੀਦਾ ਕਿਸਾਨਾਂ ਨੂੰ। ਤੁਸੀਂ ਸੋਚੋ, ਖਾਦ ਕਿੰਨੀ ਪਾਉਂਦੇ ਨੇ ਕਿਸਾਨ ਅੱਜ ਦੀ ਡੇਟ ਦੇ ਵਿੱਚ। 1-2 ਬੋਰੀ ਦੀ ਲੋੜ ਹੁੰਦੀ ਹੈ, ਕਿੰਨੀਆਂ ਸਾਰੀਆਂ ਬੋਰੀਆਂ ਪਾ ਦਿੰਦੇ ਨੇ। ਉਸ ਤੋਂ ਕੈਂਸਰ ਵਰਗੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਉਤਪੰਨ ਹੋ ਰਹੀਆਂ ਨੇ, ਕਿਉਂਕਿ ਜਿਹੜਾ ਗਰਾਊਂਡ ਲੈਵਲ ਹੈ ਉੱਥੇ ਕਿੰਨੀ ਜ਼ਿਆਦਾ ਗਰਮੀ ਲੇਅਰ ਪੈਦਾ ਕਰਦੀ ਹੈ, ਉੱਥੇ ਪਾਣੀ ਥੱਲੇ ਚਲੇ ਗਿਆ, ਕਿੰਨੇ ਤਰ੍ਹਾਂ ਦੀਆਂ ਜ਼ਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਨੇ। ਇਸੇ ਕਰਕੇ ਮਾਲਵੇ ਦੇ ਵਿੱਚ ਅੱਜ ਕੈਂਸਰ ਰੇਟ ਕਿੰਨਾ ਜ਼ਿਆਦਾ ਆ। ਸੋ ਇਹ ਜਿਹੜੀ ਸਰਕਾਰ ਨੂੰ ਜਿੱਥੇ ਧਿਆਨ ਦੇਣਾ ਚਾਹੀਦਾ, ਇੱਕ ਸੈਮੀਨਾਰਸ ਲਾਉਣੇ ਚਾਹੀਦੇ ਆ, ਇੱਕ ਐਜੂਕੇਟ ਕਰਨਾ ਚਾਹੀਦਾ ਹੈ ਕਿਸਾਨਾਂ ਨੂੰ ਵੀ ਸਾਨੂੰ ਕਿੰਨੀ ਖਾਦ ਪਾਉਣੀ ਚਾਹੀਦੀ ਹੈ, ਸਾਨੂੰ ਇਹ ਦਰਖਤ ਨਹੀਂ ਲਾਉਣੇ ਚਾਹੀਦੇ, ਸਾਨੂੰ ਪਾਣੀ ਦੇ ਲੈਵਲ ਦੇ ਉੱਤੇ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਇਸ ਟਾਈਮ ਤੇ ਪੰਜਾਬ ਦੇ ਵਿੱਚ। ਚਲੋ, ਬਹੁਤ ਸ਼ੁਕਰੀਆ ਤੁਹਾਡਾ ਤਿੰਨਾਂ ਦਾ। ਸੋ ਚਰਚਾ ਚੱਲ ਰਹੀ ਹੈ ਲਗਾਤਾਰ ਐਗਰੋ ਕਨਕਲੇਵ ਦੇ ਵਿੱਚ ਕਿਸਾਨ ਦੀ, ਕਿਸਾਨੀ ਦੇ ਬਿਹਤਰ ਭਵਿੱਖ ਦੀ, ਕਿਵੇਂ ਅਸੀਂ ਇੱਕ ਨਵਾਂ ਮਾਡਲ, ਇੱਕ ਨਵਾਂ ਜਿਹੜਾ ਦਿਸ਼ਾ ਹੈ, ਇੱਕ ਰਾਹ ਹੈ, ਉਹ ਕਿਸਾਨੀ ਦੇ ਲਈ ਸਿਰਜ ਸਕਦੇ ਹਾਂ। ਸਾਡੇ ਕੋਲ ਵਰਤਮਾਨ ਦੇ ਵਿੱਚ ਕੀ ਹੈ, ਭਵਿੱਖ ਦੇ ਵਿੱਚ ਸਾਨੂੰ ਕੀ ਕਰਨ ਦੀ ਲੋੜ ਹੈ। ਬਹੁਤ ਸ਼ੁਕਰੀਆ ਤੁਹਾਡਾ ਤਿੰਨਾਂ ਦਾ, ਵਡਾਲਾ ਜੀ, ਸੰਧਵਾ ਜੀ ਔਰ ਸੋਨੀਆ ਮਾਨ।